प्यारे बच्चों, वेलकम टू द रेजिलेंस प्रोग्राम शीट 15 डे 54। सो अपना हुण कंसैप्ट जिहड़ा शुरू हो रहा जी वो हैगा प्रोबेबिलिटी यानी कि संभावना। सो प्रोबेबिलिटी का मतलब हुंदा पॉसिबिलिटी जिन्हों आपां रिलेट करते हैं चांसिस दे नाल। ठीक है, मान लो भी आपां कोई गल करते हैं, आपां ऑलरेडी शब्द सुनिया होया भी आ काम होण दे किन्ने परसेंट चांसिस है। गल करते हैं आपां राइट। सो आपां कहते हैं जी आ काम होण दे 50% चांसिस हैगे राइट। सो व्हाट डज परसेंटेज मीन ओवर हियर। ठीक है, ਆਪਾਂ ਪਹਿਲੀ ਜਿਹੜੀ ਲਾਈਨ ਲਿਖੀ ਹੋਈ ਆ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ, ਆਪਾਂ ਇਹਦੀ ਗੱਲ ਕਰਦੇ ਮੀਂਹ ਪੈਣ ਦੀ। ਸਪੋਜ਼ ਕਿ ਅੱਜ ਬਿਲਕੁਲ ਜਿਹੜਾ ਹੈਗਾ ਆਕਾਸ਼ ਆਪਣਾ ਸਾਫ਼ ਹੈ। ਠੀਕ ਹੈ, ਸਨਸ਼ਾਈਨ ਕਰ ਰਿਹਾ। ਸੋ ਆਪਣੀ ਮੀਂਹ ਪੈਣ ਦੀ ਸੰਭਾਵਨਾ ਕਿੰਨੀ ਹੋਏਗੀ। ਤੁਸੀਂ ਕਹੋਗੇ ਜੀ ਅੱਜ ਤਾਂ ਸੂਰਜ ਚਮਕ ਰਿਹਾ ਵਾ ਹੈ ਨਾ, ਸੋ ਬਾਰਿਸ਼ ਹੋਣ ਦੀ ਤਾਂ ਬਿਲਕੁਲ ਸੰਭਾਵਨਾ ਨਹੀਂ ਹੈਗੀ। ਸੋ ਇਟ ਮੀਨਸ ਕਿ 0% ਚਾਂਸਿਸ ਆ ਵੀ ਅੱਜ ਬਾਰਿਸ਼ ਹੋਣ। ਠੀਕ ਹੈ, ਸੋ ਇਟ ਮੀਨਸ 0% ਦਾ ਮਤਲਬ ਆਪਣੇ ਕੋਲੇ ਕੀ ਹੈ, ਪਰਸੈਂਟ ਨੂੰ ਆਪਾਂ ਲਿਖਦੇ ਹਾਂ ਓਵਰ 100 ਹੈ ਨਾ। 0 ਓਵਰ 100 ਮਤਲਬ 0 ਇਕੁਅਲਸ ਟੂ 0। ਅੱਛਾ, ਮੰਨ ਲਓ ਵੀ ਅੱਜ ਪੂਰੇ ਬੱਦਲ ਗਰਜ ਰਹੇ ਨੇ ਹੈ ਨਾ, ਸੋ ਮੌਸਮ ਬੜਾ ਖਰਾਬ ਹੋ ਰੱਖਿਆ ਤਾਂ ਆਪਾਂ ਕਹਾਂਗੇ ਮੀਂਹ ਪੈਣ ਦੀ ਸੰਭਾਵਨਾ ਕਿੰਨੀ ਹੈ ਜੀ। ਆਪਾਂ ਕਹਾਂਗੇ 100% ਚਾਂਸਿਸ ਆ ਵੀ ਅੱਜ ਮੀਂਹ ਪੈ ਸਕਦਾ ਹੈ ਨਾ। ਸੋ 100% ਦਾ ਮਤਲਬ ਕੀ ਹੋ ਗਿਆ ਫਿਰ 100 ਓਵਰ 100 दैट वुड बी 1 है ना। सो इट मीनस अगर ਤਾਂ ਕੋਈ ਚੀਜ਼ ਬਿਲਕੁਲ ਹੀ ਨਹੀਂ ਹੋ ਸਕਦੀ, ਉਹਦੀ ਸੰਭਾਵਨਾ ਬਿਲਕੁਲ ਹੀ ਨਹੀਂ ਹੈਗੀ, ਤਾਂ ਪ੍ਰੋਬੇਬਿਲਿਟੀ ਕਿੰਨੀ ਹੋਊਗੀ 0। ਅਗਰ ਕੋਈ ਵੀ ਇਵੈਂਟ ਆਪਾਂ ਸ਼ੋਰ ਹਾਂ ਵੀ ਅੱਜ ਹੋਊਗੀ ਹੀ ਹੋਊਗੀ, ਪੂਰੇ ਚਾਂਸਿਸ ਹੈ ਉਸ ਚੀਜ਼ ਦੇ ਹੋਣ ਦੇ, ਤਾਂ ਇਟ ਮੀਨਸ ਪ੍ਰੋਬੇਬਿਲਿਟੀ ਕਿੰਨੀ ਹੋਊਗੀ 1। ਸੋ ਸਿੱਧਾ ਸਿੱਧਾ ਜਿਹਾ ਮਤਲਬ ਹੈ ਵੀ ਪ੍ਰੋਬੇਬਿਲਿਟੀ ਤੁਹਾਡੀ ਕਿੱਥੋਂ ਤੋਂ ਕਿੱਥੋਂ ਹੋ ਸਕਦੀ ਹੈ, ਕਿੱਥੋਂ ਤੋਂ ਕਿੱਥੋਂ ਤੱਕ ਹੋ ਸਕਦੀ ਹੈ 0 ਤੋਂ 1 ਦੇ ਵਿਚਕਾਰ ਹੋ ਸਕਦੀ। ਠੀਕ ਹੈ ਜੀ, ਸੋ ਪ੍ਰੋਬੇਬਿਲਿਟੀ ਲਾਈਜ਼ ਬਿਟਵੀਨ 0 ਐਂਡ 1। ਅਗਰ ਤਾਂ ਕੋਈ ਕੰਮ ਹੋਣ ਦੀ ਸੰਭਾਵਨਾ ਬਿਲਕੁਲ ਨਹੀਂ ਆ, ਪੋਸੀਬਿਲਿਟੀ ਬਿਲਕੁਲ ਨਹੀਂ ਆ, ਦੈਨ ਆਰ ਪ੍ਰੋਬੇਬਿਲਿਟੀ ਇਜ਼ 0। ਅਗਰ ਪੂਰੀ ਸੰਭਾਵਨਾ ਵੀ ਉਹ ਚੀਜ਼ ਜਿਹੜੀ ਇਵੈਂਟ ਆ ਉਹ ਹੈਪਨ ਹੋਊਗੀ ਹੀ ਹੋਊਗੀ, ਇਟ ਮੀਨਸ ਆਰ ਪ੍ਰੋਬੇਬਿਲਿਟੀ ਇਜ਼ 1। ਸੋ ਤੁਸੀਂ ਕੁਝ ਕੁ ਉਦਾਹਰਨਾਂ ਆਪਦੇ ਕੋਲੋਂ ਦੇਣੀਆਂ, ਇੱਥੇ ਕੁਝ ਕੁ ਲਿਖੀਆਂ ਹੋਈਆਂ ਨੇ, ਜਿਵੇਂ ਕਿ ਮੀਂਹ ਪੈਣ ਦੀ ਸੰਭਾਵਨਾ ਵੀ ਹੈਵ ਆਲਰੇਡੀ ਡਿਸਕਸਡ। ਵਿਸ਼ਵ ਕੱਪ ਜਿੱਤਣ ਦੀ ਸੰਭਾਵਨਾ ਭਾਰਤ ਦੀ ਬਹੁਤ ਜ਼ਿਆਦਾ ਹੈ, ਇੱਕ ਐਗਜ਼ਾਮਪਲ ਹੈ। ਸਿੱਕਾ ਕੋਇਨ ਜਦੋਂ ਇੱਕ ਉਛਾਲਿਆ ਜਾਂਦਾ ਹੈ, ਚਿੱਤ ਜਾਂ ਪੱਟ ਹੈਡ ਜਾਂ ਟੇਲ ਆਉਣ ਦੀ ਸੰਭਾਵਨਾ ਉਹ ਆਪਾਂ ਇੱਥੇ ਕਰਦੇ ਹਾਂ। ਠੀਕ ਹੈ, ਪੈਟਰੋਲ ਦੀਆਂ ਕੀਮਤਾਂ ਵਧਣ ਦੀ ਉਮੀਦ ਆਪਾਂ ਨੂੰ ਹੈਗੀ ਆ, ਤਾਂ ਆਪਾਂ ਕਹਾਂਗੇ ਹਾਂਜੀ ਚਾਂਸਿਸ ਹੈਗੇ ਆ। ਅਗਰ ਡਿਕਰੀਜ਼ ਹੋਣ ਦੀ ਗੱਲ ਆ ਤਾਂ ਆਪਾਂ ਉਸ ਹਿਸਾਬ ਨਾਲ ਕਰ ਸਕਦੇ ਹਾਂ। ਸੋ ਉਹ ਸਾਰੀਆਂ ਇਵੈਂਟਸ ਜਿਨ੍ਹਾਂ ਦੇ ਵਿੱਚ ਸੰਭਾਵਨਾ ਸ਼ਬਦ ਯੂਜ਼ ਕਰਦੇ ਹਾਂ ਆਪਾਂ, ਚਾਂਸ ਸ਼ਬਦ ਯੂਜ਼ ਕਰਦੇ ਹਾਂ, ਪੋਸੀਬਿਲਿਟੀ ਸ਼ਬਦ ਯੂਜ਼ ਕਰਦੇ ਹਾਂ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਪ੍ਰੋਬੇਬਿਲਿਟੀ ਕੰਸੈਪਟ ਦੇ ਅੰਦਰ ਕੰਸੀਡਰ ਕਰਦੇ। ਠੀਕ ਹੈ ਜੀ, ਸੋ ਨਾਓ ਹੁਣ ਆਪਾਂ ਗੱਲ ਕਰਦੇ ਹਾਂ, ਐਗਜ਼ਾਮਪਲ ਲੈਂਦੇ ਹਾਂ ਇੱਕ। ਮੰਨ ਲਓ ਮੇਰੇ ਕੋਲ ਇੱਕ ਬੈਗ ਆ ਅਤੇ ਮੈਂ ਉਹਦੇ ਵਿੱਚ ਸਲਿੱਪਸ ਲਿਖ ਕੇ ਪਾਤੀਆਂ। ਸਲਿੱਪਸ ਦੇ ਉੱਪਰ ਇੱਕ ਦੇ ਲਿਖਤਾ ਇੱਕ, ਇੱਕ ਦੇ ਸਲਿੱਪ ਦੇ ਉੱਪਰ ਲਿਖਤਾ 2, ਦੈਨ 3, ਦੈਨ 4, ਇੱਦਾਂ ਕਰਕੇ ਮੇਰੇ ਕੋਲ 10 ਸਲਿੱਪਸ। ਠੀਕ ਹੈ, ਜਿਨ੍ਹਾਂ ਦੇ ਉੱਪਰ ਇਹ ਵਾਲੇ ਨੰਬਰ ਜਿਹੜੇ ਹੈਗੇ ਨੇ ਲਿਖੇ ਹੋਏ ਨੇ। ਸੋ ਮੈਂ ਤੁਹਾਨੂੰ ਪੁੱਛਾਂ ਉਹ ਸਲਿੱਪ ਜਿਹਦੇ ਉੱਤੇ ਨੰਬਰ 3 ਲਿਖਿਆ ਹੋਇਆ ਉਹਦੀ ਆਉਣ ਦੀ ਸੰਭਾਵਨਾ ਕਿੰਨੀ ਹੈ। ਦੱਸੋ ਕਿੰਨੀਆਂ ਸਲਿੱਪਸ ਨੇ ਜਿਨ੍ਹਾਂ ਉੱਪਰ ਨੰਬਰ 3 ਲਿਖਿਆ ਹੋਇਆ। ਸਿਰਫ ਇੱਕੋ ਹੀ ਸਲਿੱਪ ਹੈ ਨਾ, ਸੋ ਤੁਸੀਂ ਕਹੋਗੇ ਜੀ 1। ਟੋਟਲ ਕਿੰਨੀਆਂ ਸਲਿੱਪਸ ਨੇ ਜੀ 10। ਠੀਕ ਹੈ, ਸੋ ਪ੍ਰੋਬੇਬਿਲਿਟੀ ਇਜ਼ 1/10। ਅੱਛਾ, ਮੈਨੂੰ ਕਿੱਦਾਂ ਪਤਾ ਲੱਗਿਆ ਵੀ ਪ੍ਰੋਬੇਬਿਲਿਟੀ ਇੱਦਾਂ ਆਊਗੀ। ਉਹਦੇ ਲਈ ਆਪਾਂ ਇਹ ਵਾਲਾ ਫਾਰਮੂਲਾ ਜਿਹੜਾ ਹੈਗਾ ਉਹ ਯੂਜ਼ ਕਰ। ਠੀਕ ਹੈ, ਫਾਰਮੂਲਾ ਕੀ ਹੈ, ਪ੍ਰੋਬੇਬਿਲਿਟੀ ਆਫ ਈ, ਪੀ ਆਫ ਈ। ਇੰਗਲਿਸ਼ ਮੀਡੀਅਮ ਲਈ ਇਹ ਵਾਲਾ ਫਾਰਮੂਲਾ ਯੂਜ਼ ਕਰਨਾ ਹੈ, ਪੰਜਾਬੀ ਮੀਡੀਅਮ ਵਾਲੇ ਬੱਚੇ ਇੱਦਾਂ ਲਿਖਣਗੇ। ਠੀਕ ਹੈ, ਪੀ ਆਫ ਈ ਇਜ਼ ਨੰਬਰ ਆਫ ਫੇਵਰੇਬਲ ਆਊਟਕਮਸ। ਕੀ ਹੈ, ਨੰਬਰ ਆਫ ਫੇਵਰੇਬਲ ਆਊਟਕਮਸ। ਅੱਛਾ, ਫੇਵਰੇਬਲ ਆਊਟਕਮਸ ਕੀ ਹੁੰਦੀਆਂ, ਇਸ ਐਗਜ਼ਾਮਪਲ ਦੇ ਨਾਲ ਹੀ ਆਪਾਂ ਸਮਝਦੇ ਹਾਂ। ਮੈਂ ਤੁਹਾਨੂੰ ਕਿਹਾ ਵੀ ਆਪਣੇ ਕੋਲੇ 10 ਸਲਿੱਪਸ ਆ ਜਿਨ੍ਹਾਂ ਦੇ ਉੱਤੇ ਅਲੱਗ-ਅਲੱਗ ਨੰਬਰਸ ਜਿਹੜੇ ਹੈਗੇ ਲਿਖੇ ਹੋਏ ਆ। ਮੈਂ ਸਿਰਫ ਕਿਹੜੀ ਸਲਿੱਪ ਲੱਭ ਰਹੀ ਹਾਂ, ਸਿਰਫ ਉਹ ਸਲਿੱਪ ਜਿਸ ਦੇ ਉੱਪਰ ਨੰਬਰ 3 ਲਿਖਿਆ ਹੋਇਆ। ਤਾਂ ਮੇਰਾ ਫੇਵਰੇਬਲ ਕੇਸ ਕਿੰਨਾ, ਸਿਰਫ ਇੱਕੋ ਹੀ ਸਲਿੱਪ ਦੀ ਮੈਂ ਗੱਲ ਕਰ ਰਹੀ ਹਾਂ ਜਿਸ ਦੇ ਉੱਪਰ ਕੀ ਲਿਖਿਆ ਹੋਇਆ 3। ਸੋ ਨੰਬਰ ਆਫ ਫੇਵਰੇਬਲ ਕੇਸਿਸ ਮੇਰੇ ਕੋਲੇ ਕਿੰਨੇ ਆ ਗਏ 1, ਤਾਂ ਮੈਂ 1 ਲਿਖਤਾ ਓਵਰ
ਫਾਰਮੂਲੇ ਦੇ ਵਿੱਚ ਹੀ ਆਪਣੇ ਕੋਲੇ ਓਵਰ ਕੀ ਹੈ, ਟੋਟਲ ਨੰਬਰ ਆਫ ਆਊਟਕਮਸ। ਟੋਟਲ ਕਿੰਨੀਆਂ ਸਲਿੱਪਸ ਆਪਣੇ ਕੋਲੇ 10। ਸੋ ਓਵਰ ਕਿੰਨਾ ਆ ਗਿਆ ਆਪਣੇ ਕੋਲੇ 10। ਠੀਕ ਹੈ ਬੇਟਾ, ਪ੍ਰੋਬੇਬਿਲਿਟੀ ਦਾ ਕੰਸੈਪਟ ਸਮਝ ਲੱਗ ਗਿਆ ਕਿ ਫਾਰਮੂਲਾ ਕੀ ਹੈ, ਨੰਬਰ ਆਫ ਫੇਵਰੇਬਲ ਆਊਟਕਮਸ, ਕਿੰਨੇ परिणाम ਨੇ ਜਿਹੜੇ ਅਨੁਕੂਲ ਨੇ। ਸਿਰਫ ਇੱਕੋ ਹੀ ਸਲਿੱਪ ਆ ਜਿਹੜੀ ਇਹ ਦੱਸ ਰਹੀ ਹੈ ਕਿ ਉਹਦੇ ਉੱਪਰ 3 ਲਿਖਿਆ ਹੋਇਆ, ਤਾਂ ਆਪਾਂ ਇੱਥੇ ਉਨੇ परिणाम ਲਿਖਤੇ 1 ਬਟਾ ਕੁੱਲ परिणाम ਕਿੰਨੇ ਆਪਣੇ ਕੋਲੇ, ਟੋਟਲ ਨੰਬਰ ਆਫ ਆਊਟਕਮਸ ਕਿੰਨੀ ਹੈ 10। ਸੋ 1 ਬਟਾ 10। ਠੀਕ ਹੈ ਜੀ। ਸੋ ਹੁਣ ਜਿਹੜੀ ਐਗਜ਼ਾਮਪਲ ਦਿੱਤੀ ਹੋਈ ਆ ਆਪਾਂ ਇਹ ਕਰ ਲੈਂਦੇ ਹਾਂ। ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ ਤੁਹਾਨੂੰ ਬੇਟਾ, ਫਾਈਂਡ ਦਾ ਪ੍ਰੋਬੇਬਿਲਿਟੀ ਆਫ obtaining ਹੈਡ ਵੈਨ ਵੀ ਟੌਸ ਅ ਕੋਇਨ। ਜਦੋਂ ਅਸੀਂ ਕਿਸੇ ਇੱਕ ਸਿੱਕੇ ਨੂੰ ਉਛਾਲਦੇ ਹਾਂ ਤਾਂ ਚਿੱਤ ਆਉਣ ਦੀ ਸੰਭਾਵਨਾ ਕੀ ਹੈ। ਇੱਥੇ ਮੈਂ ਤੁਹਾਨੂੰ ਇਨਲਾਰਜ ਕਰਕੇ ਦਿਖਾਉਣੀ ਆ। ਆਹ ਇੱਕ ਸਿੱਕਾ ਦਿੱਤਾ ਹੋਇਆ ਹੈ ਨਾ, ਇੱਕ ਪਾਸੇ ਕੀ ਲਿਖਿਆ ਹੋਇਆ ਟੇਲ ਦਿਖ ਰਿਹਾ ਤੁਹਾਨੂੰ, ਤੇ ਇੱਕ ਪਾਸੇ ਕੀ ਹੈ ਹੈਡ। ਇਦਾਂ ਹੀ ਹੁੰਦਾ ਨਾ ਕੋਇਨ ਦੇ, ਇੱਕ ਪਾਸੇ ਟੇਲ ਹੁੰਦਾ ਇੱਕ ਪਾਸੇ ਹੈਡ। ਸੋ ਪੁੱਛ ਰਹੇ ਆ ਕਿ ਹੈਡ ਆਉਣ ਦੀ ਸੰਭਾਵਨਾ ਕਿੰਨੀ ਹੈ। ਸੋ ਜਦੋਂ ਮੈਂ ਸਿਰਫ ਇੱਕੋ ਵਾਰ ਸਿੱਕਾ ਉਛਾਲੂੰਗੀ, ਹੋ ਸਕਦਾ ਉਹ ਇਸ ਤਰ੍ਹਾਂ ਡਿੱਗੇ ਤੇ ਹੋ ਸਕਦਾ ਉਹ ਇਸ ਤਰ੍ਹਾਂ ਡਿੱਗੇ। ਸੋ ਆਪਾਂ ਇੱਕ ਸੈਂਪਲ ਸਪੇਸ ਲਿਖਣੀ ਹੈ ਹਮੇਸ਼ਾ ਐਸ ਦੇ ਨਾਲ। ਸੈਂਪਲ ਸਪੇਸ ਦੇ ਵਿੱਚ ਆਪਾਂ ਸਾਰੇ ਐਲੀਮੈਂਟਸ ਲਿਖਣੇ ਆ ਇੱਦਾਂ ਕਰਲੀ ਬ੍ਰੈਕਟ ਦੇ ਵਿੱਚ, ਜਿਹੜੇ ਕਿ ਪੋਸੀਬਲ ਹੈਗੇ। ਸੋ ਦੇਖੋ, ਟੇਲ ਪੋਸੀਬਲ ਹੈ ਤਾਂ ਮੈਂ ਟੇਲ ਲਿਖ ਦੂੰਗੀ, ਜਾਂ ਫਿਰ ਕੀ ਪੋਸੀਬਲ ਹੈ ਹੈਡ, ਤਾਂ ਮੈਂ ਕੀ ਲਿਖ ਦੂੰਗੀ ਹੈਡ। ਸੋ ਇਹਦਾ ਮਤਲਬ ਮੇਰੇ ਕੋਲ ਟੋਟਲ ਜਿਹੜੇ ਹੈਗੇ ਨੇ ਉਹ ਕਿੰਨੇ ਹੋ ਗਏ ਟੋਟਲ ਨੰਬਰ ਆਫ ਕੇਸਿਸ ਕਿੰਨੇ ਹੋ ਗਏ 2। ਸਮਝ ਗਏ ਜੀ। ਟੋਟਲ परिणाम ਮੇਰੇ ਕੋਲੇ ਕਿੰਨੇ ਆ ਗਏ 2, ਜਾਂ ਤਾਂ ਟੇਲ ਤੇ ਜਾਂ ਫਿਰ ਹੈਡ। ਟੋਟਲ ਕਿੰਨੇ ਹੋ ਗਏ 1 2। ਸਮਝ ਗਏ ਬੇਟਾ। ਸੋ ਹੁਣ ਉਹ ਪੁੱਛ ਰਿਹਾ ਹੈਡ ਆਉਣ ਦੀ ਪ੍ਰੋਬੇਬਿਲਿਟੀ। ਸੋ ਪੀ ਆਫ ਈ ਆਪਣੇ ਕੋਲੇ ਕੀ ਆ ਜਾਊਗਾ, ਪ੍ਰੋਬੇਬਿਲਿਟੀ ਆਫ ਈ ਹੈਡ ਆਉਣ ਦੀ ਸੰਭਾਵਨਾ ਕੀ ਹੋਊਗੀ। ਹੈਡ ਸਿਰਫ ਇੱਕੋ ਵਾਰੀ ਆ ਰਿਹਾ ਨਾ, 1 ਬਟਾ ਟੋਟਲ ਕਿੰਨੇ परिणाम ਨੇ ਆਪਣੇ ਕੋਲੇ, ਟੋਟਲ ਨੰਬਰ ਆਫ ਕੇਸਿਸ ਕਿੰਨੇ 2। ਸੋ ਇਟ ਵੁੱਡ ਬੀ 1/2। ਠੀਕ ਹੈ ਜੀ, ਪ੍ਰੋਬੇਬਿਲਿਟੀ ਆਫ ਈ ਵੁੱਡ ਬੀ 1/2। ਕਲੀਅਰ ਹੈ ਜੀ। ਹੁਣ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ। ਓਕੇ, ਸੋ ਇੱਥੇ ਵੀ ਉਹਨਾਂ ਨੇ ਬਿਲਕੁਲ ਸੇਮ ਕੀਤਾ ਹੋਇਆ। ਟੋਟਲ ਨੰਬਰ ਆਫ ਆਊਟਕਮਸ ਕੀ ਨੇ 2, ਕਿਹੜੀਆਂ ਹੈਡ ਤੇ ਟੇਲ। ਫੇਵਰੇਬਲ ਆਊਟਕਮ ਕੀ ਹੈ ਇਕੱਲੀ ਇੱਕ, ਜਿਹਦੇ ਵਿੱਚ ਹੈਡ ਲਿਖਿਆ ਆ ਰਿਹਾ। ਫਿਰ ਉਹਨਾਂ ਨੇ ਇਹ ਫਾਰਮੂਲਾ ਲਿਖਤਾ, ਤੁਸੀਂ ਵੀ ਇਹ ਵਾਲਾ ਫਾਰਮੂਲਾ ਹਰ ਜਗ੍ਹਾ ਰਿਪੀਟ ਕਰਨਾ ਹੈ, ਹਰ ਕੁਐਸਚਨ ਦੇ ਵਿੱਚ। ਠੀਕ ਹੈ ਬੇਟਾ। ਦੈਨ ਵਟ ਇਜ਼ ਪੀ ਆਫ ਈ, ਦੈਟ ਇਜ਼ 1/2। ਠੀਕ ਹੈ। ਨਾਓ ਹੁਣ ਤੁਸੀਂ ਆਪਣਾ ਜਿਹੜਾ ਹੈਗਾ ਹੋਮ ਅਸਾਈਨਮੈਂਟ ਹੈ, ਉਹ ਕਰਨ ਦੇ ਲਈ ਤੁਹਾਨੂੰ ਮੈਂ ਇੱਕ ਵੀਡੀਓ ਹੈਗੀ ਆ ਆਲਰੇਡੀ ਬਣੀ ਹੋਈ ਆ ਆਪਣੀ, ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਪਾ ਦਿੰਦੀ ਹਾਂ। ਤੁਸੀਂ ਉਹ ਵੀਡੀਓ ਨੂੰ ਦੇਖ ਲੈਣਾ। ਉਸ ਦੇ ਵਿੱਚ ਇਹ ਡਾਈਸ ਜੋ ਦਿੱਤੀ ਹੋਈ ਹੈ ਇਹਨੂੰ ਪਾਸਾ ਕਹਿੰਦੇ ਆ ਆਪਾਂ। ਠੀਕ ਹੈ, ਇਹਨੂੰ ਪਾਸਾ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ। ਇਹਦੀਆਂ ਪੋਸੀਬਲ ਆਊਟਕਮਸ ਕੀ ਆ ਸਕਦੀਆਂ ਨੇ ਉਹਨਾਂ ਬਾਰੇ ਵੀ ਦੱਸਿਆ ਹੋਇਆ ਹੈ। ਸਿੱਕੇ ਨੂੰ ਜਦੋਂ 2 ਵਾਰ ਉਛਾਲਾਂਗੇ ਉਹਦੇ ਜਿਹੜੇ ਆਊਟਕਮਸ ਆਉਣਗੇ, ਠੀਕ ਹੈ, परिणाम ਆਉਣਗੇ, ਉਹਨਾਂ ਬਾਰੇ ਦੱਸਿਆ ਹੋਇਆ। ਉਹਦੇ ਲਈ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀ ਵੀਡੀਓ ਆ ਜ਼ਰੂਰ ਦੇਖ ਲੈਣੀ ਹੈ। ਸੋ ਹੁਣ ਆਪਾਂ ਚੱਲਦੇ ਹਾਂ ਤੁਹਾਡੇ ਨੈਕਸਟ ਡੇ ਦੇ ਕੰਮ ਵੱਲ। ਓਕੇ, ਸੋ ਵਟ ਇਜ਼ ਇਟ, ਫਿਲ ਇਨ ਦੀ ਬਲੈਂਕਸ ਨੇ। ਰਾਈਟ ਡਾਊਨ ਫਾਰਮੂਲਾ ਟੂ ਦਾ ਪ੍ਰੋਬੇਬਿਲਿਟੀ ਆਫ ਐਨ ਇਵੈਂਟ। ਆਪਾਂ ਪਿੱਛੇ ਹੁਣੇ ਕਰਕੇ ਆਏ ਹਾਂ ਨਾ ਪੀ ਆਫ ਈ ਵਾਲਾ ਫਾਰਮੂਲਾ, ਪੀ ਆਫ ਈ ਵਾਲਾ ਫਾਰਮੂਲਾ, ਨੰਬਰ ਆਫ ਫੇਵਰੇਬਲ ਕੇਸਿਸ ਓਵਰ ਟੋਟਲ ਨੰਬਰ ਆਫ ਫੇਵਰੇਬਲ ਕੇਸਿਸ। ਉਹ ਸਾਰਾ ਫਾਰਮੂਲਾ ਤੁਸੀਂ ਇੱਥੇ ਲਿਖਣਾ। ਠੀਕ ਹੈ ਜੀ। ਦੈਨ ਪ੍ਰੋਬੇਬਿਲਿਟੀ ਆਫ ਅਕਰੈਂਸ ਆਫ ਐਨ ਇਵੈਂਟ ਪਲੱਸ ਪ੍ਰੋਬੇਬਿਲਿਟੀ ਆਫ ਨੋਨ ਅਕਰੈਂਸ। ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ, ਆਪਾਂ ਹੁਣੇ ਮੀਂਹ ਵਾਲੀ ਘਟਨਾ ਨੂੰ ਕਰਕੇ ਆਏ ਸੀ ਨਾ, ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ ਕੀ ਹੋਗੀ 1 ਪਲੱਸ ਨਾ ਵਾਪਰਨ ਦੀ ਸੰਭਾਵਨਾ ਕੀ ਹੋਗੀ 0। ਸੋ ਇਟ ਵੁੱਡ ਬੀ ਇਕੁਅਲਸ ਟੂ 1। ਸੋ ਇਨ ਦਾ ਇੰਗਲਿਸ਼ ਕਿ ਪ੍ਰੋਬੇਬਿਲਿਟੀ ਆਫ ਅਕਰੈਂਸ ਕੀ ਹੋਊਗੀ ਹਮੇਸ਼ਾ 1, ਨੋਨ ਅਕਰੈਂਸ ਕੀ ਹੋਊਗੀ 0। ਸੋ ਜਦੋਂ ਇਹਨਾਂ ਦਾ ਆਪਾਂ ਸਮ ਕਰਾਂਗੇ, ਐਡ ਕਰਾਂਗੇ, ਦੈਟ ਵੁੱਡ ਬੀ ਇਕੁਅਲ ਟੂ 1। ਓਕੇ ਜੀ। ਸੋ ਨੈਕਸਟ ਕੀ ਹੈ ਆਪਣੇ ਕੋਲੇ, ਫਿਲ ਇਨ ਦੀ ਬਲੈਂਕ। ਵਟ ਵਿਲ ਬੀ ਦਾ ਪ੍ਰੋਬੇਬਿਲਿਟੀ ਆਫ ਦੈਟ ਇਵੈਂਟ ਵਿਚ ਕੈਨ ਨਾਟ ਹੈਪਨ। ਜਿਹੜੀ ਇਵੈਂਟ ਹੋ ਹੀ ਨਹੀਂ ਸਕਦੀ, ਮੀਂਹ ਪੈ ਹੀ ਨਹੀਂ ਸਕਦਾ, ਸੋ ਪ੍ਰੋਬੇਬਿਲਿਟੀ ਵੁੱਡ ਬੀ 0। ਠੀਕ ਹੈ ਜੀ। ਸੋ ਨੈਕਸਟ
ਅਜਿਹੀ ਘਟਨਾ ਜਿਸ ਦਾ ਵਾਪਰਨਾ ਨਿਸ਼ਚਿਤ ਨਾ ਹੋਵੇ ਦੀ ਸੰਭਾਵਨਾ। ਸੋ ਮੀਂਹ ਪੈਣਾ ਨਿਸ਼ਚਿਤ ਆ ਵੀ ਨਹੀਂ ਪਊਗਾ, ਹੈ ਨਾ। ਸੋ ਇਟ ਮੀਨਸ ਇਟ ਵੁੱਡ ਬੀ 0। ਜਿਹੜੀ ਘਟਨਾ ਦਾ ਵਾਪਰਨਾ ਨਿਸ਼ਚਿਤ ਹੋਵੇ ਵੀ ਮੀਂਹ ਪੱਕਾ ਪਊਗਾ ਹੀ ਪਊਗਾ, ਸੋ ਇਟ ਮੀਨਸ ਇਟ ਵੁੱਡ ਬੀ 1। ਤੁਸੀਂ ਇਹਨੂੰ ਰਿਲੇਟ ਕਰ ਸਕਦੇ ਹੋ, ਠੀਕ ਹੈ। ਜੋ ਵੀ ਸਟੇਟਮੈਂਟ ਕਹੀ ਗਈ ਹੈ ਇਹਨੂੰ ਕਿਸੇ ਵੀ ਇਵੈਂਟ ਦੇ ਨਾਲ ਰਿਲੇਟ ਕਰ ਸਕਦੇ ਹੋ। ਕਿਸੇ ਘਟਨਾ ਦੀ ਸੰਭਾਵਨਾ ਇਸ ਤੋਂ ਵੱਡੀ ਨਹੀਂ ਹੋ ਸਕਦੀ। ਤਾਂ ਮੈਂ ਤੁਹਾਨੂੰ ਕਿਹਾ ਸੀ ਪ੍ਰੋਬੇਬਿਲਿਟੀ ਲਾਈਜ਼ ਬਿਟਵੀਨ 0 ਐਂਡ ਪ੍ਰੋਬੇਬਿਲਿਟੀ ਕਿਸੇ ਵੀ ਇਵੈਂਟ ਦੀ ਲਾਈ ਕਰਦੀ ਹੈ 0 to 1। ਸੋ 1 ਤੋਂ ਵੱਡੀ ਨਹੀਂ ਹੋ ਸਕਦੀ, ਠੀਕ ਹੈ ਜੀ। ਕਿਸੇ ਘਟਨਾ ਦੀ ਸੰਭਾਵਨਾ ਕੀ ਤੋਂ ਛੋਟੀ ਨਹੀਂ ਹੋ ਸਕਦੀ, 0 ਤੋਂ ਛੋਟੀ ਨਹੀਂ ਹੋ ਸਕਦੀ, ਠੀਕ ਹੈ ਜੀ। ਸੋ ਇਹ ਤੁਸੀਂ ਦੇਖ ਲੈਣਾ। ਨੈਕਸਟ ਡੇ ਤੇ ਚਲਦੇ ਹਾਂ ਆਪਾਂ, 57th ਡੇ। ਸੋ ਇਸ ਦੇ ਵਿੱਚ ਤੁਹਾਨੂੰ ਇੱਕ ਡਾਈਸ ਦਿੱਤੀ ਹੋਈ ਹੈ, ਉਹਦੇ 'ਤੇ ਆਊਟਕਮਸ ਦਿੱਤੇ ਹੋਏ ਨੇ, ਇੱਦਾਂ ਦੇ ਹੀ ਆਉਂਦੇ ਆ। ਜਦੋਂ ਤੁਸੀਂ ਇੱਕ ਪਾਸਾ ਫੇਕਦੇ ਹੋ ਜਾਂ ਤਾਂ ਇੱਕ ਡਾਟ ਉੱਪਰ ਆਏਗਾ ਜਾਂ 2 ਜਾਂ 3 ਜਾਂ 4 ਜਾਂ 5 ਜਾਂ 6। ਸੋ ਪੁੱਛ ਰਹੇ ਨੇ ਕਿ 3 ਆਉਣ ਦੀ ਸੰਭਾਵਨਾ ਪਤਾ ਕਰੋ। ਦੇਖੋ 3 ਜਿਹੜੀਆਂ ਬਿੰਦੀਆਂ ਨੇ ਸਿਰਫ ਇੱਕੋ ਵਾਰ ਆ ਰਹੀਆਂ ਨਾ, ਤੁਸੀਂ ਕਹੋਗੇ ਜੀ 1 ਬਟਾ ਟੋਟਲ ਨੰਬਰ ਆਫ ਆਊਟਕਮਸ ਕਿੰਨੀਆਂ ਨੇ, 1 2 3 4 5 6। ਸੋ 1 ਬਟਾ 6, ਠੀਕ ਹੈ ਜੀ, ਕਲੀਅਰ ਹੈ। ਸੋ ਨੈਕਸਟ ਉਹ ਪੁੱਛ ਰਹੇ ਨੇ 7 ਦੇ ਆਉਣ ਦੀ ਸੰਭਾਵਨਾ, ਇਹੀ ਹੈ ਜਿਹੜੀ ਆਪਾਂ ਕਰਨ ਵਾਲੀ ਹੈ। 7 ਦੇ ਆਉਣ ਦੀ ਸੰਭਾਵਨਾ, ਦੇਖੋ 7 ਬਿੰਦੀਆਂ ਤਾਂ ਕਿਤੇ ਹੈ ਹੀ ਨਹੀਂ ਨਾ। ਸੋ ਇਟ ਮੀਨਸ ਕਿ 7 ਤਾਂ ਆ ਹੀ ਨਹੀਂ ਸਕਦਾ। ਸੋ 4th ਦਾ ਜਿਹੜਾ ਆਨਸਰ ਹੈ ਉਹ ਕੀ ਹੋਏਗਾ, 0/6 ਦੈਟ ਇਜ਼ 0, ਠੀਕ ਹੈ ਜੀ। ਸੋ ਇਹ ਤੁਸੀਂ ਕਰ ਲੈਣਾ। ਫਾਰਮੂਲਾ ਹਰ ਇੱਕ ਆਨਸਰਸ ਦੇ ਵਿੱਚ ਲਿਖਣਾ ਹੈ, ਪ੍ਰੋਬੇਬਿਲਿਟੀ ਆਫ ਈ ਵਾਲਾ, ਦੈਨ ਤੁਸੀਂ ਕਰਨਾ, ਠੀਕ ਹੈ ਜੀ। ਸੈਂਪਲ ਸਪੇਸ ਤੁਸੀਂ ਹੈਗੀ ਜਿਹੜੀ ਉਹ ਹਰ ਕੁਐਸਚਨ ਦੇ ਵਿੱਚ ਲਿਖਣੀ ਹੈ। ਸੈਂਪਲ ਸਪੇਸ ਆਈ ਮੀਨ ਟੂ ਸੇ ਪਿਛਲੀ ਆਪਣੀ ਜਿਹੜੀ ਹੈਗੀ ਆ ਸਲਾਈਡ ਹੈ ਉਹਦੇ ਵਿੱਚ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ। ਮੇਰੇ ਕਹਿਣ ਦਾ ਭਾਵ ਹੈ ਕਿ ਜਿਹੜਾ ਇਹ ਫਾਰਮੂਲਾ ਜਿਵੇਂ ਇਹਨਾਂ ਨੇ ਕੁਐਸਚਨ ਕੀਤਾ ਹੋਇਆ, ਤੁਸੀਂ ਬਿਲਕੁਲ ਐਜ਼ ਇਟ ਇਜ਼ ਕਰਨਾ। ਟੋਟਲ ਨੰਬਰ ਆਫ ਆਊਟਕਮਸ ਲਿਖਣਾ, ਫਿਰ ਨੰਬਰ ਆਫ ਫੇਵਰੇਬਲ ਆਊਟਕਮਸ ਲਿਖਣਾ, ਫਿਰ ਫਾਰਮੂਲਾ ਲਿਖਣਾ, ਦੈਨ ਆਨਸਰ ਲਿਖਣਾ। 4 ਸਟੈਪਸ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਤੁਸੀਂ ਉੱਤਰ ਦੇਣਾ, ਠੀਕ ਹੈ ਜੀ। ਸੋ ਹੁਣ ਆਪਾਂ ਚੱਲਦੇ ਹਾਂ ਲਾਸਟ ਹੋਮ ਅਸਾਈਨਮੈਂਟ ਵੱਲ, ਕਿ ਇੱਕ ਆਪਾਂ ਡਾਈਸ ਨੂੰ ਥਰੋ ਕੀਤਾ, ਡਾਈ ਵੀ ਬੋਲ ਦਿੰਦੇ ਆ। ਦੈਨ ਪ੍ਰੋਬੇਬਿਲਿਟੀ ਆਫ ਗੈਟਿੰਗ ਡਿਜਿਟ 2 ਐਂਡ 3, ਦੇਖੋ 2 ਐਂਡ 3। ਸੋ 2 3 ਐਂਡ ਦੀ ਗੱਲ ਹੋ ਰਹੀ ਹੈ ਤਾਂ ਦੋਨੋਂ ਡਿਜਿਟਸ ਨੂੰ ਤੁਸੀਂ ਲੈਣਾ, ਠੀਕ ਹੈ। ਸੋ ਇਟ ਮੀਨਸ 2/6, ਠੀਕ ਹੈ ਜੀ। ਈਵਨ ਨੰਬਰ, ਈਵਨ ਮਤਲਬ ਜਿਸਤ ਸੰਖਿਆ। ਸੋ ਜਿਸਤ ਕਿਹੜੇ ਕਿਹੜੇ ਨੰਬਰ ਨੇ, 2 4 6। ਸੋ ਕਿੰਨੀਆਂ ਆਪਣੇ ਕੋਲੇ ਫੇਵਰੇਬਲ ਆਊਟਕਮਸ ਹੋ ਗਈਆਂ, 3 ਬਟਾ ਟੋਟਲ ਕਿੰਨੀਆਂ ਨੇ, 6, ਠੀਕ ਹੈ ਜੀ। ਦੈਨ ਆਪਾਂ ਗੱਲ ਕਰਨੀ ਹੈ ਜੀ ਵਟ ਇਜ਼ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਔਡ ਨੰਬਰ, ਸੇਮ ਹੈ। ਔਡ ਵਾਲੇ ਨੰਬਰਸ ਤਾਂਕ ਸੰਖਿਆਵਾਂ, ਤਾਂਕ ਨੰਬਰ। ਦੈਨ ਅਪਾਜ ਪ੍ਰਾਈਮ ਨੰਬਰਸ ਕਿਹੜੇ ਕਿਹੜੇ ਨੇ ਇਹਨਾਂ ਦੇ ਵਿੱਚ, ਦੇਖੋ 2 3 ਐਂਡ 5। ਪ੍ਰਾਈਮ ਨੰਬਰਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਹੜੇ ਕਿਹੜੇ ਪ੍ਰਾਈਮ ਨੰਬਰਸ ਨੇ, 2 3 ਐਂਡ 5। ਸੋ 3 ਬਾਏ ਟੋਟਲ 6, ਓਕੇ। ਸੋ ਦੈਨ ਵਟ ਇਜ਼ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਡਿਜਿਟ 6, 6 ਇੱਕ ਵਾਰ ਆ ਰਿਹਾ, ਸੋ ਇਟ ਮੀਨਸ 1/6, ਠੀਕ ਹੈ ਜੀ। ਇਹ ਸੀ ਤੁਹਾਡਾ ਪ੍ਰੋਬੇਬਿਲਿਟੀ ਕੰਸੈਪਟ। ਸੋ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀ ਵੀਡੀਓ ਉਹ ਵੀ ਜ਼ਰੂਰ ਦੇਖ ਲੈਣੀ। ਥੈਂਕਸ ਫॉर ਵਾਚਿੰਗ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਕੀਪ ਡੂਇੰਗ।